ਚੋਣਾਂ ਹੁਣ ਵੀ ਆ ਰਹੀਆਂ, फिर पार्टियां लड़ रही, बंदे भी लड़नगे, ਉਹਦੇ ਚ कोई हल नहीं निकलना। ਅੱਜ एक नवी जूझ ਦਾ पंजाब जथेबंदी होंद च आई आ, ਉਹ ਪਤੰਦਰ ਪਤਾ ਨਹੀਂ ਕਿਹਦੇ ਨਾਲ ਜੂਝੀ ਜਾਂਦੇ ਆ। ਉਹ ਕਹਿੰਦੇ ਆ ਵੀ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾਵਾਂਗੇ ਵੀ ਜਿਹੜਾ ਏਜੰਡੇ ਦੱਸਿਆ ਕਰੂਗਾ ਪੋਲੀਟੀਕਲ ਪਾਰਟੀਆਂ ਨੂੰ। ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਇਹ ਦੱਸੋ ਵੀ ਪੋਲੀਟੀਕਲ ਪਾਰਟੀਆਂ ਨੂੰ ਪਤਾ ਨਹੀਂ ਏਜੰਡੇ ਕੀ ਆ? ਉਹਨਾਂ ਨੂੰ ਸਭ ਪਤਾ ਏਜੰਡੇ ਕੀ ਆ, पर पोलीटिकल पार्टीज ਜਿਹੜੇ स्ट्रक्चर च फंक्शन करदियां ना, वो स्टेट ਦਾ स्ट्रक्चर ਆ ਤੇ स्टेट ਦੇ स्ट्रक्चर ਦੇ ਵਿੱਚ स्टेट ਜਿਵੇਂ ਉਹਨਾਂ ਨੂੰ ਚਾਹੁੰਦਾ ਉਹ ਚੱਲਣ ਉਵੇਂ ਹੀ ਚੱਲਣਾ ਪੈਂਦਾ, ਅਦਰਵਾਈਜ਼ ਉਹ ਚੱਲ ਨਹੀਂ ਸਕਦੇ। ਸੋ ਤੁਹਾਡੇ ਏਜੰਡੇ ਤੈਅ ਕੀਤੇ ਹੋਏ ਕੋਈ ਫਰਕ ਨਹੀਂ ਪਾ ਸਕਦੇ, ਕਿਉਂਕਿ ਤੁਸੀਂ ਪਹਿਲਾਂ ਤਾਂ ਇਹ ਕਹਿ ਰਹੇ ਹੋ ਵੀ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਏਜੰਡੇ ਦੇਵਾਂਗੇ ਤੇ ਉਹ ਇਸ ਏਜੰਡੇ ਨਾਲ ਜੇ ਸਹਿਮਤ ਨਹੀਂ ਹੋਣਗੇ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਪੋਲੀਟੀਕਲ ਸਟਰਕਚਰ ਆ ਉਹ ਮੈਜੋਰਿਟੇਰੀਅਨ ਸਟਰਕਚਰ ਆ। ਇੱਥੇ ਮੈਜੋਰਿਟੀ ਡਿਸਾਈਡ ਕਰਦੀ ਆ ਵੀ ਕਿਸ ਤਰ੍ਹਾਂ ਦੀ ਪਾਲਿਸੀ ਹੋਵੇ, ਕਿਸ ਤਰ੍ਹਾਂ ਦੇ ਏਜੰਡੇ ਹੋਣ। ਜੇ ਤੁਸੀਂ ਮੈਜੋਰਿਟੀ ਦਾ ਪਾਰਟ ਹੀ ਨਹੀਂ, ਫਿਰ ਤੁਸੀਂ ਕਿਵੇਂ ਏਜੰਡੇ ਤੈਅ ਕਰ ਲਓਗੇ ਤੇ ਕਿਵੇਂ ਪਾਲਿਸੀਜ਼ ਬਣਾ ਲਓਗੇ? ਸੋ ਮੈਜੋਰਿਟੇਰੀਅਨ ਸਟਰਕਚਰ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪ੍ਰੈਸ਼ਰ ਗਰੁੱਪ ਬਣਾਈ ਜਾਓ, ਇਹਦਾ ਤੁਸੀਂ ਆਪਦਾ ਕਥਾਰਸਿਸ ਕਰਨ ਵਾਲੀ ਗੱਲ ਹੋ ਗਈ ਵੀ ਸਾਡੇ ਅੰਦਰ ਮਾੜੇ ਮੋਟੇ ਕੀੜੇ ਆ, ਅਸੀਂ ਆਪਦਾ ਰਾਂਝਾ ਜਾਂ ਰਾਜੀ ਕਰ ਲਈਏ, ਆ ਗੱਲਾਂ ਬਾਤਾਂ ਹੀ ਕਹਿ ਕੇ ਇਸ਼ੂਜ਼ ਚੱਕ ਲਈਏ। ਕਿਤੇ ਪਾਣੀ ਦੇ ਮਸਲੇ ਨੂੰ ਲੱਗ ਜਾਂਦੇ ਆ ਵੀ ਪਾਣੀ ਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਦੋਗੇ ਜਦੋਂ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਤੁਹਾਡੇ ਵਿਰੁੱਧ ਫੈਸਲਾ ਦਿੱਤਾ ਹੋਇਆ, ਸੁਪਰੀਮ ਕੋਰਟ ਨੇ। ਬੋਲੀ ਤੇ ਲੱਗ ਜਾਂਦੇ ਆ ਕਦੇ ਵੀ ਮਾਂ ਬੋਲੀ ਦਾ ਬਹੁਤ ਨੁਕਸਾਨ ਹੋ ਰਿਹਾ, ਲੋਕਾਂ ਦੀ ਗਲਤੀ ਆ। ਲੋਕ ਚਾਹੁੰਦੇ ਆ ਵੀ ਮਾਂ ਬੋਲੀ ਖਤਮ ਹੋਵੇ, ਕਿ ਪੰਜਾਬੀ ਚਾਹੁੰਦੇ ਆ ਮਾਂ ਬੋਲੀ ਖਤਮ ਹੋਵੇ, ਕਿ ਸਾਡਾ ਸੱਭਿਆਚਾਰ ਖਤਮ ਹੋਵੇ। ਲੋਕਾਂ ਨਹੀਂ ਚਾਹੁੰਦੇ। ਇਹ ਸਟੇਟ ਦੀ ਪਾਲਿਸੀਜ਼ ਚੱਲਦੀਆਂ, ਨੇਸ਼ਨ ਪਾਲਿਸੀਜ਼ ਚੱਲਦੀਆਂ। ਨਸ਼ਾ ਵੀ ਸਾਡੇ ਇੱਥੇ ਨੇਸ਼ਨ ਪਾਲਿਸੀ ਦੇ ਅੰਡਰ ਹੀ ਚੱਲ ਰਿਹਾ। ਸੋ ਇਸ ਕਰਕੇ ਤੁਸੀਂ ਆਪਦੇ ਰੋਲ ਸਪਸ਼ਟ ਕਰੋ। ਜੇ ਤੁਸੀਂ ਵਾਕਈ ਪੰਜਾਬ ਦਾ ਦਰਦ ਰੱਖਦੇ ਹੋ ਤੇ ਪੰਜਾਬ ਖਾਤਰ ਲੜਨਾ ਚਾਹੁੰਦੇ ਹੋ, ਫਿਰ ਤੁਸੀਂ ਸਾਡੀ ਜਿਹੜੀ ਗੁਲਾਮੀ ਨੂੰ ਨਾ, ਸਾਨੂੰ ਜਿਸ ਤਰ੍ਹਾਂ ਸਟੇਟ ਯੂਜ਼ ਕਰਦੀ ਹੈ, ਪੰਜਾਬ ਨੂੰ ਵਰਤਦੀ ਹੈ, ਇਹਨੂੰ ਇੱਕ ਕਾਲੋਨੀ ਦੀ ਤਰ੍ਹਾਂ ਸਾਡੇ ਨਾਲ ਟਰੀਟ ਕਰਦੀ ਹੈ, ਜਿਵੇਂ ਕਾਲੋਨੀਜ਼ ਹੁੰਦੀਆਂ ਹਨਾ ਵੀ। ਬ੍ਰਿਟਿਸ਼ ਦੀ ਇੱਕ ਇੰਡੀਆ ਕਾਲੋਨੀ ਸੀ ਜਾਂ ਇਹ ਖਿੱਤਾ ਇੱਕ ਕਾਲੋਨੀ ਸੀ। ਇੱਥੇ ਰਿਸੋਰਸਿਸ ਦੀ ਲੁੱਟ ਖਸੁੱਟ ਉਹਨਾਂ ਨੇ ਕਰਨੀ ਸੀ, ਜਿਹੜੇ ਸਾਡੇ ਸੋਮੇ ਆ। ਸੋ ਉਸੇ ਤਰ੍ਹਾਂ ਇੰਡੀਅਨ ਸਟੇਟ ਕਰਦੀ ਆ, ਸਾਡੇ ਸੋਮਿਆਂ ਦੀ ਲੁੱਟ ਕਰ ਰਹੀ ਆ, ਕੋਈ ਫਰਕ ਨਹੀਂ। ਫਿਰ ਤੁਸੀਂ ਨੰਗੇ ਚਿੱਟੇ ਰੂਪ 'ਚ ਇਹਨਾਂ ਗੱਲਾਂ ਨੂੰ ਐਕਨੋਲੇਜ ਕਰੋ ਵੀ ਅਸੀਂ ਪੰਜਾਬ 'ਚ ਇੰਡੀਅਨ ਸਟੇਟ ਸਾਡੇ ਨਾਲ ਜੋ ਵਿਹਾਰ ਕਰ ਰਹੀ ਆ ਉਹ ਉਵੇਂ ਹੀ ਕਰ ਰਹੀ ਹੈ ਜਿਵੇਂ ਬ੍ਰਿਟਿਸ਼ ਗਵਰਨਮੈਂਟ ਕਰ ਰਹੀ ਸੀ। ਸੋ ਉਹੀ ਸਟਰਕਚਰ ਆ, ਕੁਝ ਨਹੀਂ ਬਦਲਿਆ। ਹੁਣ ਜੇ ਸਟਰਕਚਰ ਨੂੰ ਭੰਨਣ ਵਾਸਤੇ ਤੁਸੀਂ ਕੁਝ ਪ੍ਰੈਸ਼ਰ ਗਰੁੱਪ ਕ੍ਰੀਏਟ ਕਰ ਰਹੇ ਹੋ ਤਾਂ ਫਿਰ ਇੱਥੇ ਆ ਕੇ ਗੱਲ ਤਾਂ ਸਹੀ ਲੱਗਦੀ ਆ। ਜੇ ਤੁਸੀਂ ਕਹਿ ਰਹੇ ਹੋ ਅਸੀਂ ਏਜੰਡੇ ਤੈਅ ਕਰਾਂਗੇ, ਅਸੀਂ ਪੋਲੀਟੀਕਲ ਪਾਰਟੀਆਂ ਨੂੰ ਏਜੰਡੇ ਦੇਵਾਂਗੇ, ਫਿਰ ਤਾਂ ਤੁਸੀਂ ਉਸੇ ਗੁਲਾਮ ਮਾਨਸਿਕਤਾ ਨੂੰ ਹੋਰ ਜ਼ਿਆਦਾ ਗਾੜਾ ਤੇ ਗੂੜਾ ਕਰ ਰਹੇ ਹੋ, ਜਿਹਨੂੰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਲੜਾਈ ਤਾਂ ਹੁਣ ਲਕੀਰ ਖਿੱਚ ਕੇ ਲੜਨੀ ਪਊ। ਤੁਸੀਂ ਲਕੀਰ ਦੇ ਇਧਰਲੇ ਪਾਸੇ ਹੋ ਜਿੱਥੇ ਤੁਸੀਂ ਗੁਲਾਮੀ ਨੂੰ ਨੰਗੇ ਚਿੱਟੇ ਰੂਪ 'ਚ ਪ੍ਰਤੱਖ ਕਰਾ ਰਹੇ ਹੋ ਕਿ ਨਹੀਂ। ਜੇ ਨਹੀਂ ਕਰਾ ਰਹੇ ਤਾਂ ਤੁਸੀਂ ਸਟੇਟ ਵਾਲੇ ਪਾਸੇ ਹੀ ਹੋ, ਦੂਜੇ ਪਾਸੇ ਹੋ। ਅਦਰਵਾਈਜ਼ ਤੁਸੀਂ ਇਹ ਨਾ ਕਹੋ ਵੀ ਅਸੀਂ ਕੋਈ ਗਰੁੱਪ ਬਣਾ ਰਹੇ ਹਾਂ, ਅਸੀਂ ਪੰਜਾਬ ਦੇ ਦਰਦੀ ਹਾਂ, ਪੰਜਾਬ ਸਾਡੇ ਇੱਥੇ ਬੁੱਧੀਜੀਵੀਆਂ ਨੂੰ ਲੈ ਕੇ ਬਹਿ ਗਏ ਹਾਂ। ਠੀਕ ਆ, ਵਿਦ ਡਿਊ ਰਿਸਪੈਕਟ ਟੂ ਆਲ ਆਫ them, ਪਰ ਉਹ ਮੰਦ ਬੁੱਧੀਆਂ ਦੇ ਬੁੱਧੀਜੀਵੀ ਨਾ ਬਣੋ, ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਬੁੱਧੀਜੀਵੀ ਬਣੋ। ਤੁਹਾਨੂੰ ਇਸ ਗੁਲਾਮੀ ਨੂੰ ਸਪਸ਼ਟ ਕਰਨਾ ਪਊਗਾ ਤੇ ਫਿਰ ਲੜਾਈ ਲੜਨੀ ਪਊਗੀ। ਸੋ ਕੱਲੇ ਪ੍ਰੈਸ਼ਰ ਗਰੁੱਪ ਦਾ ਫਾਇਦਾ ਜਾਂ ਸਿਵਲ ਸਟਰਕਚਰ ਦਾ ਫਾਇਦਾ ਉਸ ਜਗ੍ਹਾ ਤੇ ਹੁੰਦਾ ਜਦੋਂ ਤੁਹਾਡੇ ਕੋਲੇ ਆਪਦਾ ਕੋਈ ਸਟਰਕਚਰ ਹੋਵੇ। ਆ ਸਾਡੇ ਕੋਲੇ ਤਾਂ ਆਪਦਾ ਕੋਈ ਸਟਰਕਚਰ ਹੀ ਨਹੀਂ। ਸੋ ਇੱਥੇ ਪ੍ਰੈਸ਼ਰ ਗਰੁੱਪ ਜਾਂ ਕੋਈ ਸਟਰਕਚਰ ਕੀ ਕਰੂਗਾ? ਸੋ ਪ੍ਰੈਸ਼ਰ ਗਰੁੱਪ ਦੇ ਨਾਲ ਆਪਦੀ ਪੋਜੀਸ਼ਨ ਕਲੀਅਰ ਕਰੋ, ਆਪਦੇ ਰੋਲ ਕਲੀਅਰ ਕਰੋ ਵੀ ਵਾਕਈ ਪੰਜਾਬ ਇੱਕ ਗੁਲਾਮੀ 'ਚ ਜੀ ਰਿਹਾ। ਪੋਲੀਟੀਕਲ ਸਟਰਕਚਰ ਦੀ ਗੁਲਾਮੀ ਆ, ਸੋਸ਼ਲ ਸਟਰਕਚਰ ਦੀ ਗੁਲਾਮੀ ਆ। ਸਾਨੂੰ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਖਾਤਰ ਇੰਡੀਅਨ ਸਟੇਟ ਪਾਲਿਸੀਜ਼ ਘੜਦੀ ਆ। ਸਾਡੀ ਹੋਂਦ ਦੀ ਲੜਾਈ ਆ, ਸਾਡੇ ਵਾਸਤੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ। ਤੇ ਇਸ 'ਚ ਜੇ ਤੁਸੀਂ ਲਕੀਰ ਖਿੱਚ ਕੇ ਨਹੀਂ ਲੜਦੇ ਤਾਂ ਤੁਸੀਂ ਇਸ ਗੁਲਾਮ ਮਾਨਸਿਕਤਾ ਨੂੰ ਵਧਾ ਰਹੇ ਹੋ, ਇਹਨੂੰ ਬੜਾਵਾ ਜਿਹੜਾ ਕਹਿੰਦੇ ਆ ਵਧਾਵਾ ਦੇ ਰਹੇ ਹੋ ਹਨਾ। ਸੋ ਇਹਨਾਂ ਗੱਲਾਂ ਨੂੰ ਬੜਾ ਸਾਡੇ ਲਈ ਸਮਝਣਾ ਜ਼ਰੂਰੀ ਆ। ਬਾਕੀ ਗੱਲ ਇਹ ਆ ਵੀ ਅੰਦੋਲਨ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ। ਇਹ ਲੀਡਰਸ਼ਿਪ ਦੀ ਸਮਝ ਨਾਲ ਸ਼ਿੰਗਾਰਿਆ ਜਾ ਸਕਦਾ ਸੀ, ਕੁਝ ਉੱਥੋਂ ਲੈ ਕੇ ਆ ਸਕਦੇ ਸੀ ਜਿਹਦੇ ਨਾਲ ਕਿਸਾਨਾਂ ਦਾ ਵਾਕਈ ਭਲਾ ਹੁੰਦਾ। ਪੰਜਾਬ ਕੋਲੇ ਕਿਸਾਨੀ ਦਾ, ਖੇਤੀਬਾੜੀ ਦਾ ਮਾਡਲ ਹੁੰਦਾ। ਸਾਡੇ ਕੋਲੇ
ਕੁਛ ਜਿਹੜੀ ਫਸਲਾਂ ਅਸੀਂ ਹੁਣ ਬੀਜ ਰਹੇ ਆ ਇਹ ਤੋਂ ਖਹਿੜਾ ਕਿਵੇਂ ਛੁੱਟੇ ਉਸ ਗੱਲ ਤੇ ਕੁਝ ਪਾਲਿਸੀਜ਼ ਘੜਦੇ, ਪਰ ਉਹ ਗੱਲਾਂ ਹਜੇ ਨਹੀਂ ਹੋਈਆਂ। ਹੋ ਸਕਦਾ ਲੀਡਰਸ਼ਿਪ ਇਹਨਾਂ ਗੱਲਾਂ ਨੂੰ ਸਮਝੇ ਤੇ ਇਹ ਗੱਲਾਂ ਬਾਅਦ ਚ ਜਿਹੜੀਆਂ ਅਕੋਮੋਡੇਟ ਹੋਣ। ਇੱਕ ਗੱਲ ਹੋਰ ਜਿਹੜੀ ਬੜੀ ਜ਼ਰੂਰੀ ਆ, ਇਹਨੂੰ ਚਾਹੇ ਐਡਿਟ ਕਰ ਲਿਓ ਤੇ ਬਾਅਦ ਚ ਚਲਾ ਦਿਓ। ਜਿਹੜੇ ਕਹੀ ਜਾਂਦੇ ਆ ਨਾ ਆ ਕਾਮਰੇਡ ਵੀ ਹੁਣ ਵੱਧ ਅਧਿਕਾਰਾਂ ਦਾ ਮੋਰਚਾ ਲਾਓ, ਤੇ ਹੁਣ ਤੁਸੀਂ ਦਿੱਲੀ ਜਾਓ, ਹੁਣ ਤੁਸੀਂ ਆਪਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗੋ। ਇਹਨਾਂ ਕਾਮਰੇਡਾਂ ਨੂੰ ਅਸੀਂ ਦੱਸ ਦਈਏ ਵੀ ਅਸੀਂ ਮੋਰਚੇ ਵੀ ਲਾਵਾਂਗੇ, ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵੀ ਮੰਗਾਂਗੇ। ਜੇ ਸਾਡੇ ਨਾਲ ਇਨਸਾਫ ਸਾਨੂੰ ਨਹੀਂ ਦਿੱਤਾ ਤੇ ਸਾਡੇ ਨਾਲ ਇਸ ਗੱਲ ਤੇ ਨਹੀਂ ਖੜੇ ਵੀ ਜਸਟਿਸ ਸਾਡੇ ਨਾਲ ਹੋਵੇ ਤਾਂ ਅਸੀਂ ਸਭ ਕੁਝ ਕਰਾਂਗੇ। ਪਰ ਤੁਸੀਂ ਤਿਆਰ ਰਹੋ ਸਰਕਾਰ ਦੇ ਹੱਥ ਠੋਕੇ ਬਣਨ ਨੂੰ ਤੇ ਸਰਕਾਰ ਤੋਂ ਹਥਿਆਰ ਮੰਗਣ ਨੂੰ। ਤੁਸੀਂ ਲੱਭੋ ਹੁਣ ਕਿਹੜਾ ਸੁਮੇਧ ਸੈਣੀ ਲੱਭਦੇ ਹੋ ਕਿ ਕੇਪੀਐਸ ਗਿੱਲ ਲੱਭਦੇ ਹੋ, ਸਾਨੂੰ ਕਿਸੇ ਦੀ ਲੋੜ ਨਹੀਂ। ਅਸੀਂ ਤਾਂ ਮੋਰਚੇ ਵੀ ਲਾਵਾਂਗੇ ਤੇ ਅਸੀਂ ਗਲਾਂ 'ਚ ਵੀ ਹੱਥ ਪਾਵਾਂਗੇ। ਤੁਸੀਂ ਸਰਕਾਰ ਤੋਂ ਪ੍ਰੋਟੈਕਸ਼ਨਾਂ ਲਓ ਤੇ ਉਹਨਾਂ ਤੋਂ ਹਥਿਆਰ ਮੰਗੋ ਵੀ ਸਾਨੂੰ ਖਤਰਾ ਤੇ ਸਾਨੂੰ ਹਥਿਆਰ ਦਿਓ। ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਾਮਰੇਡੋ? ਤੁਸੀਂ ਇੱਕ ਗੱਲ ਦੱਸੋ, ਤੁਸੀਂ ਪੰਜਾਬ ਦੇ ਹਰ ਵਕਤ ਉਲਟ ਖੜੇ ਹੋ। ਜੇ ਇੱਕ ਪਾਸੇ ਪੰਜਾਬ ਬਚਦਾ ਹੋਵੇ ਨਾ ਤੇ ਨਾਲ ਸਿੱਖੀ ਖਤਮ ਕਰਨ ਦੀ ਗੱਲ ਹੋਵੇ, ਤੁਸੀਂ ਪੰਜਾਬ ਬਚਨ ਨੂੰ ਛੱਡ ਕੇ ਸਿੱਖੀ ਨੂੰ ਖਤਮ ਕਰਨ ਵਾਸਤੇ ਤੁਰੋਗੇ। ਤੁਹਾਡੀ ਮਾਨਸਿਕਤਾ ਇਹ ਆ। ਤੁਸੀਂ ਲਾ ਲਓ ਹੁਣ ਜਿੰਨਾ ਜ਼ੋਰ ਲੱਗਦਾ ਤੁਹਾਡੀਆਂ ਚੀਕਾਂ ਨਾ ਕਢਾਤੀਆਂ ਨਾ ਤਾਂ ਫੇਰ ਦੇਖਿਓ ਤੁਸੀਂ ਇਸ ਪੰਜਾਬ 'ਚ ਇੱਥੇ ਬਥੇਰੀ ਕਾਮਰੇਡੀ ਕਰ ਲਈ, ਇਦੋਂ ਬਾਅਦ ਨਹੀਂ ਚੱਲਣ ਦਿੰਦੇ। ਸੋ ਮਾਰੋ ਚੀਕਾਂ ਹੁਣ ਜਿੰਨੀਆਂ ਕੁ ਵੱਜਦੀਆਂ ਤੁਹਾਡੇ ਤੋਂ। ਇਹ ਜ਼ਰੂਰੀ ਸੀ ਇਹਨਾਂ ਨੂੰ ਕਹਿਣਾ। ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਹੀ ਸਮਝ ਆਉਂਦੀ ਆ। ਹੁਣ ਤੁਹਾਨੂੰ ਇਸੇ ਤਰ੍ਹਾਂ ਵਾਣੀ ਪਾਵਾਂਗੇ ਤੇ ਤੁਸੀਂ ਵੇਖਿਓ ਤੁਹਾਡੇ ਨਾਲ ਹੁੰਦਾ ਕੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੋਣਾਂ ਹੁਣ ਵੀ ਆ ਰਹੀਆਂ, ਫਿਰ ਪਾਰਟੀਆਂ ਲੜ ਰਹੀਆਂ, ਬੰਦੇ ਵੀ ਲੜਨਗੇ, ਉਹਦੇ ਚ ਕੋਈ ਹੱਲ ਨਹੀਂ ਨਿਕਲਦਾ। ਅੱਜ ਇੱਕ ਨਵੀਂ ਜੂਝ ਦਾ ਪੰਜਾਬ ਜਥੇਬੰਦੀ ਹੋਂਦ ਚ ਆਈ ਆ। ਉਹ ਪਤੰਦਰ ਪਤਾ ਨਹੀਂ ਕਿਹਦੇ ਨਾਲ ਜੂਝੀ ਜਾਂਦੇ ਆ। ਉਹ ਕਹਿੰਦੇ ਆ ਵੀ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾਵਾਂਗੇ ਵੀ ਜਿਹੜਾ ਏਜੰਡੇ ਦੱਸਿਆ ਕਰੂਗਾ ਪੋਲੀਟੀਕਲ ਪਾਰਟੀਆਂ ਨੂੰ। ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਇਹ ਦੱਸੋ ਵੀ ਪੋਲੀਟੀਕਲ ਪਾਰਟੀਆਂ ਨੂੰ ਪਤਾ ਨਹੀਂ ਏਜੰਡੇ ਕੀ ਆ? ਉਹਨਾਂ ਨੂੰ ਸਭ ਪਤਾ ਏਜੰਡੇ ਕੀ ਆ। ਪਰ ਪੋਲੀਟੀਕਲ ਪਾਰਟੀਆਂ ਜਿਹੜੇ ਸਟਰਕਚਰ 'ਚ ਫੰਕਸ਼ਨ ਕਰਦੀਆਂ ਨਾ, ਉਹ ਸਟੇਟ ਦਾ ਸਟਰਕਚਰ ਆ ਤੇ ਸਟੇਟ ਦੇ ਸਟਰਕਚਰ ਦੇ ਵਿੱਚ ਸਟੇਟ ਜਿਵੇਂ ਉਹਨਾਂ ਨੂੰ ਚਾਹੁੰਦਾ ਉਹ ਚੱਲਣ, ਉਵੇਂ ਹੀ ਚੱਲਣਾ ਪੈਂਦਾ, ਅਦਰਵਾਈਜ਼ ਉਹ ਚੱਲ ਨਹੀਂ ਸਕਦੇ। ਸੋ ਤੁਹਾਡੇ ਏਜੰਡੇ ਤੈਅ ਕੀਤੇ ਹੋਏ ਕੋਈ ਫਰਕ ਨਹੀਂ ਪਾ ਸਕਦੇ, ਕਿਉਂਕਿ ਤੁਸੀਂ ਪਹਿਲਾਂ ਤਾਂ ਇਹ ਕਹਿ ਰਹੇ ਹੋ ਵੀ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਏਜੰਡੇ ਦੇਵਾਂਗੇ ਤੇ ਉਹ ਇਸ ਏਜੰਡੇ ਨਾਲ ਜੇ ਸਹਿਮਤ ਨਹੀਂ ਹੋਣਗੇ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਪੋਲੀਟੀਕਲ ਸਟਰਕਚਰ ਆ ਉਹ ਮੈਜੋਰਿਟੇਰੀਅਨ ਸਟਰਕਚਰ ਆ। ਇੱਥੇ ਮੈਜੋਰਿਟੀ ਡਿਸਾਈਡ ਕਰਦੀ ਆ ਵੀ ਕਿਸ ਤਰ੍ਹਾਂ ਦੀ ਪਾਲਿਸੀ ਹੋਵੇ, ਕਿਸ ਤਰ੍ਹਾਂ ਦੇ ਏਜੰਡੇ ਹੋਣ। ਜੇ ਤੁਸੀਂ ਮੈਜੋਰਿਟੀ ਦਾ ਪਾਰਟ ਹੀ ਨਹੀਂ, ਫਿਰ ਤੁਸੀਂ ਕਿਵੇਂ ਏਜੰਡੇ ਤੈਅ ਕਰ ਲਓਗੇ ਤੇ ਕਿਵੇਂ ਪਾਲਿਸੀਜ਼ ਬਣਾ ਲਓਗੇ? ਸੋ ਮੈਜੋਰਿਟੇਰੀਅਨ ਸਟਰਕਚਰ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪ੍ਰੈਸ਼ਰ ਗਰੁੱਪ ਬਣਾਈ ਜਾਓ, ਇਹ ਤਾਂ ਤੁਸੀਂ ਆਪਦਾ ਕਥਾਰਸਿਸ ਕਰਨ ਵਾਲੀ ਗੱਲ ਹੋ ਗਈ ਵੀ ਸਾਡੇ ਅੰਦਰ ਮਾੜੇ ਮੋਟੇ ਕੀੜੇ ਆ, ਅਸੀਂ ਆਪਦਾ ਰਾਂਝਾ ਜਾਂ ਰਾਜੀ ਕਰ ਲਈਏ, ਆ ਗੱਲਾਂ ਬਾਤਾਂ ਹੀ ਕਹਿ ਕੇ ਇਸ਼ੂਜ਼ ਚੱਕ ਲਈਏ। ਕਿਤੇ ਪਾਣੀ ਦੇ ਮਸਲੇ ਨੂੰ ਲੱਗ ਜਾਂਦੇ ਆ ਵੀ ਪਾਣੀ ਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਦੋਗੇ ਜਦੋਂ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਤੁਹਾਡੇ ਵਿਰੁੱਧ ਫੈਸਲਾ ਦਿੱਤਾ ਹੋਇਆ, ਸੁਪਰੀਮ ਕੋਰਟ ਨੇ। ਬੋਲੀ ਤੇ ਲੱਗ ਜਾਂਦੇ ਆ ਕਦੇ ਵੀ ਮਾਂ ਬੋਲੀ ਦਾ ਬਹੁਤ ਨੁਕਸਾਨ ਹੋ ਰਿਹਾ, ਲੋਕਾਂ ਦੀ ਗਲਤੀ ਆ। ਲੋਕ ਚਾਹੁੰਦੇ ਆ ਵੀ ਮਾਂ ਬੋਲੀ ਖਤਮ ਹੋਵੇ, ਕਿ ਪੰਜਾਬੀ ਚਾਹੁੰਦੇ ਆ ਮਾਂ ਬੋਲੀ ਖਤਮ ਹੋਵੇ, ਕਿ ਸਾਡਾ ਸੱਭਿਆਚਾਰ ਖਤਮ ਹੋਵੇ। ਲੋਕਾਂ ਨਹੀਂ ਚਾਹੁੰਦੇ। ਇਹ ਸਟੇਟ ਦੀ ਪਾਲਿਸੀਜ਼ ਚੱਲਦੀਆਂ, ਨੇਸ਼ਨ ਪਾਲਿਸੀਜ਼ ਚੱਲਦੀਆਂ। ਨਸ਼ਾ ਵੀ ਸਾਡੇ ਇੱਥੇ ਨੇਸ਼ਨ ਪਾਲਿਸੀ ਦੇ ਅੰਡਰ ਹੀ ਚੱਲ ਰਿਹਾ। ਸੋ ਇਸ ਕਰਕੇ ਤੁਸੀਂ ਆਪਦੇ ਰੋਲ ਸਪਸ਼ਟ ਕਰੋ। ਜੇ ਤੁਸੀਂ ਵਾਕਈ ਪੰਜਾਬ ਦਾ ਦਰਦ ਰੱਖਦੇ ਹੋ ਤੇ ਪੰਜਾਬ ਖਾਤਰ ਲੜਨਾ ਚਾਹੁੰਦੇ ਹੋ, ਫਿਰ ਤੁਸੀਂ ਸਾਡੀ ਜਿਹੜੀ ਗੁਲਾਮੀ ਨੂੰ ਨਾ, ਸਾਨੂੰ ਜਿਸ ਤਰ੍ਹਾਂ ਸਟੇਟ ਯੂਜ਼ ਕਰਦੀ ਹੈ, ਪੰਜਾਬ ਨੂੰ ਵਰਤਦੀ ਹੈ, ਇਹਨੂੰ ਇੱਕ ਕਾਲੋਨੀ ਦੀ ਤਰ੍ਹਾਂ ਸਾਡੇ ਨਾਲ ਟਰੀਟ ਕਰਦੀ ਹੈ। ਜਿਵੇਂ ਕਾਲੋਨੀਜ਼ ਹੁੰਦੀਆਂ ਹਨਾ, ਵੀ ਬ੍ਰਿਟਿਸ਼ ਦੀ ਇੱਕ ਇੰਡੀਆ ਕਾਲੋਨੀ ਸੀ ਜਾਂ ਇਹ ਖਿੱਤਾ ਇੱਕ ਕਾਲੋਨੀ ਸੀ। ਇੱਥੇ ਰਿਸੋਰਸਿਸ ਦੀ ਲੁੱਟ ਖਸੁੱਟ ਉਹਨਾਂ ਨੇ ਕਰਨੀ ਸੀ, ਜਿਹੜੇ ਸਾਡੇ ਸੋਮੇ ਆ। ਸੋ ਉਸੇ ਤਰ੍ਹਾਂ ਇੰਡੀਅਨ ਸਟੇਟ ਕਰਦੀ ਆ, ਸਾਡੇ ਸੋਮਿਆਂ ਦੀ ਲੁੱਟ ਕਰ ਰਹੀ ਆ, ਕੋਈ ਫਰਕ ਨਹੀਂ। ਫਿਰ ਤੁਸੀਂ ਨੰਗੇ ਚਿੱਟੇ ਰੂਪ 'ਚ ਇਹਨਾਂ ਗੱਲਾਂ ਨੂੰ ਐਕਨੋਲੇਜ ਕਰੋ ਵੀ ਅਸੀਂ ਪੰਜਾਬ 'ਚ ਇੰਡੀਅਨ ਸਟੇਟ ਸਾਡੇ ਨਾਲ ਜੋ ਵਿਹਾਰ ਕਰ ਰਹੀ ਆ ਉਹ ਉਵੇਂ ਹੀ ਕਰ ਰਹੀ ਹੈ ਜਿਵੇਂ ਬ੍ਰਿਟਿਸ਼ ਗਵਰਨਮੈਂਟ ਕਰ ਰਹੀ ਸੀ। ਸੋ ਉਹੀ ਸਟਰਕਚਰ ਆ, ਕੁਝ ਨਹੀਂ ਬਦਲਿਆ।
ਹੁਣ ਜੇ ਸਟਰਕਚਰ ਨੂੰ ਭੰਨਣ ਵਾਸਤੇ ਤੁਸੀਂ ਕੁਝ ਪ੍ਰੈਸ਼ਰ ਗਰੁੱਪ ਕ੍ਰੀਏਟ ਕਰ ਰਹੇ ਹੋ ਤਾਂ ਫਿਰ ਇੱਥੇ ਆ ਕੇ ਗੱਲ ਤਾਂ ਸਹੀ ਲੱਗਦੀ ਆ। ਜੇ ਤੁਸੀਂ ਕਹਿ ਰਹੇ ਹੋ ਅਸੀਂ ਏਜੰਡੇ ਤੈਅ ਕਰਾਂਗੇ, ਅਸੀਂ ਪੋਲੀਟੀਕਲ ਪਾਰਟੀਆਂ ਨੂੰ ਏਜੰਡੇ ਦੇਵਾਂਗੇ, ਫਿਰ ਤਾਂ ਤੁਸੀਂ ਉਸੇ ਗੁਲਾਮ ਮਾਨਸਿਕਤਾ ਨੂੰ ਹੋਰ ਜ਼ਿਆਦਾ ਗਾੜਾ ਤੇ ਗੂੜਾ ਕਰ ਰਹੇ ਹੋ ਜਿਹਨੂੰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਲੜਾਈ ਤਾਂ ਹੁਣ ਲਕੀਰ ਖਿੱਚ ਕੇ ਲੜਨੀ ਪਊ। ਤੁਸੀਂ ਲਕੀਰ ਦੇ ਇਧਰਲੇ ਪਾਸੇ ਹੋ ਜਿੱਥੇ ਤੁਸੀਂ ਗੁਲਾਮੀ ਨੂੰ ਨੰਗੇ ਚਿੱਟੇ ਰੂਪ 'ਚ ਪ੍ਰਤੱਖ ਕਰਾ ਰਹੇ ਹੋ ਕਿ ਨਹੀਂ। ਜੇ ਨਹੀਂ ਕਰਾ ਰਹੇ ਤਾਂ ਤੁਸੀਂ ਸਟੇਟ ਵਾਲੇ ਪਾਸੇ ਹੀ ਹੋ, ਦੂਜੇ ਪਾਸੇ ਹੋ। ਅਦਰਵਾਈਜ਼ ਤੁਸੀਂ ਇਹ ਨਾ ਕਹੋ ਵੀ ਅਸੀਂ ਕੋਈ ਗਰੁੱਪ ਬਣਾ ਰਹੇ ਹਾਂ, ਅਸੀਂ ਪੰਜਾਬ ਦੇ ਦਰਦੀ ਹਾਂ, ਪੰਜਾਬ ਸਾਡੇ ਇੱਥੇ ਬੁੱਧੀਜੀਵੀਆਂ ਨੂੰ ਲੈ ਕੇ ਬਹਿ ਗਏ ਹਾਂ। ਠੀਕ ਆ, ਵਿਦ ਡਿਊ ਰਿਸਪੈਕਟ ਟੂ ਆਲ ਆਫ them, ਪਰ ਉਹ ਮੰਦ ਬੁੱਧੀਆਂ ਦੇ ਬੁੱਧੀਜੀਵੀ ਨਾ ਬਣੋ, ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਬੁੱਧੀਜੀਵੀ ਬਣੋ। ਤੁਹਾਨੂੰ ਇਸ ਗੁਲਾਮੀ ਨੂੰ ਸਪਸ਼ਟ ਕਰਨਾ ਪਊਗਾ ਤੇ ਫਿਰ ਲੜਾਈ ਲੜਨੀ ਪਊਗੀ। ਸੋ ਕੱਲੇ ਪ੍ਰੈਸ਼ਰ ਗਰੁੱਪ ਦਾ ਫਾਇਦਾ ਜਾਂ ਸਿਵਲ ਸਟਰਕਚਰ ਦਾ ਫਾਇਦਾ ਉਸ ਜਗ੍ਹਾ ਤੇ ਹੁੰਦਾ ਜਦੋਂ ਤੁਹਾਡੇ ਕੋਲੇ ਆਪਦਾ ਕੋਈ ਸਟਰਕਚਰ ਹੋਵੇ। ਆ ਸਾਡੇ ਕੋਲੇ ਤਾਂ ਆਪਦਾ ਕੋਈ ਸਟਰਕਚਰ ਹੀ ਨਹੀਂ। ਸੋ ਇੱਥੇ ਪ੍ਰੈਸ਼ਰ ਗਰੁੱਪ ਜਾਂ ਕੋਈ ਸਟਰਕਚਰ ਕੀ ਕਰੂਗਾ। ਸੋ ਪ੍ਰੈਸ਼ਰ ਗਰੁੱਪ ਦੇ ਨਾਲ ਨਾਲ ਆਪਦੀ ਪੋਜੀਸ਼ਨ ਕਲੀਅਰ ਕਰੋ, ਆਪਦੇ ਰੋਲ ਕਲੀਅਰ ਕਰੋ ਵੀ ਵਾਕਈ ਪੰਜਾਬ ਇੱਕ ਗੁਲਾਮੀ 'ਚ ਜੀ ਰਿਹਾ। ਪੋਲੀਟੀਕਲ ਸਟਰਕਚਰ ਦੀ ਗੁਲਾਮੀ ਆ, ਸੋਸ਼ਲ ਸਟਰਕਚਰ ਦੀ ਗੁਲਾਮੀ ਆ। ਸਾਨੂੰ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਖਾਤਰ ਇੰਡੀਅਨ ਸਟੇਟ ਪਾਲਿਸੀਜ਼ ਘੜਦੀ ਆ। ਸਾਡੀ ਹੋਂਦ ਦੀ ਲੜਾਈ ਆ, ਸਾਡੇ ਵਾਸਤੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ। ਤੇ ਇਸ 'ਚ ਜੇ ਤੁਸੀਂ ਲਕੀਰ ਖਿੱਚ ਕੇ ਨਹੀਂ ਲੜਦੇ ਤਾਂ ਤੁਸੀਂ ਇਸ ਗੁਲਾਮ ਮਾਨਸਿਕਤਾ ਨੂੰ ਵਧਾ ਰਹੇ ਹੋ, ਇਹਨੂੰ ਬੜਾਵਾ ਜਿਹੜਾ ਕਹਿੰਦੇ ਆ ਵਧਾਵਾ ਦੇ ਰਹੇ ਹੋ, ਹਨਾ। ਸੋ ਇਹਨਾਂ ਗੱਲਾਂ ਨੂੰ ਬੜਾ ਸਾਡੇ ਲਈ ਸਮਝਣਾ ਜ਼ਰੂਰੀ ਆ। ਬਾਕੀ ਗੱਲ ਇਹ ਆ ਵੀ ਅੰਦੋਲਨ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ। ਇਹ ਲੀਡਰਸ਼ਿਪ ਦੀ ਸਮਝ ਨਾਲ ਸ਼ਿੰਗਾਰਿਆ ਜਾ ਸਕਦਾ ਸੀ, ਕੁਝ ਉੱਥੋਂ ਲੈ ਕੇ ਆ ਸਕਦੇ ਸੀ ਜਿਹਦੇ ਨਾਲ ਕਿਸਾਨਾਂ ਦਾ ਵਾਕਈ ਭਲਾ ਹੁੰਦਾ। ਪੰਜਾਬ ਕੋਲੇ ਕਿਸਾਨੀ ਦਾ ਖੇਤੀਬਾੜੀ ਦਾ ਮਾਡਲ ਹੁੰਦਾ। ਸਾਡੇ ਕੋਲੇ ਕੁਝ ਜਿਹੜੀ ਫਸਲਾਂ ਅਸੀਂ ਹੁਣ ਬੀਜ ਰਹੇ ਆ ਇਹ ਤੋਂ ਖਹਿੜਾ ਕਿਵੇਂ ਛੁੱਟੇ, ਉਸ ਗੱਲ ਤੇ ਕੁਝ ਪਾਲਿਸੀਜ਼ ਘੜਦੇ, ਪਰ ਉਹ ਗੱਲਾਂ ਹਜੇ ਨਹੀਂ ਹੋਈਆਂ। ਹੋ ਸਕਦਾ ਲੀਡਰਸ਼ਿਪ ਇਹਨਾਂ ਗੱਲਾਂ ਨੂੰ ਸਮਝੇ ਤੇ ਇਹ ਗੱਲਾਂ ਬਾਅਦ ਚ ਜਿਹੜੀਆਂ ਅਕੋਮੋਡੇਟ ਹੋਣ। ਇੱਕ ਗੱਲ ਹੋਰ ਜਿਹੜੀ ਬੜੀ ਜ਼ਰੂਰੀ ਆ, ਇਹਨੂੰ ਚਾਹੇ ਐਡਿਟ ਕਰ ਲਿਓ ਤੇ ਬਾਅਦ ਚ ਚਲਾ ਦਿਓ। ਜਿਹੜੇ ਕਹੀ ਜਾਂਦੇ ਆ ਨਾ ਆ ਕਾਮਰੇਡ ਵੀ ਹੁਣ ਵੱਧ ਅਧਿਕਾਰਾਂ ਦਾ ਮੋਰਚਾ ਲਾਓ ਤੇ ਹੁਣ ਤੁਸੀਂ ਦਿੱਲੀ ਜਾਓ, ਹੁਣ ਤੁਸੀਂ ਆਪਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗੋ। ਇਹਨਾਂ ਕਾਮਰੇਡਾਂ ਨੂੰ ਅਸੀਂ ਦੱਸ ਦਈਏ ਵੀ ਅਸੀਂ ਮੋਰਚੇ ਵੀ ਲਾਵਾਂਗੇ, ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵੀ ਮੰਗਾਂਗੇ। ਜੇ ਸਾਡੇ ਨਾਲ ਇਨਸਾਫ ਸਾਨੂੰ ਨਹੀਂ ਦਿੱਤਾ ਤੇ ਸਾਡੇ ਨਾਲ ਇਸ ਗੱਲ ਤੇ ਨਹੀਂ ਖੜੇ ਵੀ ਜਸਟਿਸ ਸਾਡੇ ਨਾਲ ਹੋਵੇ ਤਾਂ ਅਸੀਂ ਸਭ ਕੁਝ ਕਰਾਂਗੇ। ਪਰ ਤੁਸੀਂ ਤਿਆਰ ਰਹੋ ਸਰਕਾਰ ਦੇ ਹੱਥ ਠੋਕੇ ਬਣਨ ਨੂੰ ਤੇ ਸਰਕਾਰ ਤੋਂ ਹਥਿਆਰ ਮੰਗਣ ਨੂੰ। ਤੁਸੀਂ ਲੱਭੋ ਹੁਣ ਕਿਹੜਾ ਸਮੇਤ ਸੈਣੀ ਲੱਭਦੇ ਹੋ ਕਿ KPS ਗਿੱਲ ਲੱਭਦੇ ਹੋ। ਸਾਨੂੰ ਕਿਸੇ ਦੀ ਲੋੜ ਨਹੀਂ, ਅਸੀਂ ਤਾਂ ਮੋਰਚੇ ਵੀ ਲਾਵਾਂਗੇ ਤੇ ਅਸੀਂ ਗਲਾਂ 'ਚ ਵੀ ਹੱਥ ਪਾਵਾਂਗੇ। ਤੁਸੀਂ ਸਰਕਾਰ ਤੋਂ ਪ੍ਰੋਟੈਕਸ਼ਨਾਂ ਲਓ ਤੇ ਉਹਨਾਂ ਤੋਂ ਹਥਿਆਰ ਮੰਗੋ ਵੀ ਸਾਨੂੰ ਖਤਰਾ ਤੇ ਸਾਨੂੰ ਹਥਿਆਰ ਦਿਓ। ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਾਮਰੇਡੋ? ਤੁਸੀਂ ਇੱਕ ਗੱਲ ਦੱਸੋ, ਤੁਸੀਂ ਪੰਜਾਬ ਦੇ ਹਰ ਵਕਤ ਉਲਟ ਖੜੇ ਹੋ। ਜੇ ਇੱਕ ਪਾਸੇ ਪੰਜਾਬ ਬਚਦਾ ਹੋਵੇ ਨਾ ਤੇ ਨਾਲ ਸਿੱਖੀ ਖਤਮ ਕਰਨ ਦੀ ਗੱਲ ਹੋਵੇ, ਤੁਸੀਂ ਪੰਜਾਬ ਬਚਨ ਨੂੰ ਛੱਡ ਕੇ ਸਿੱਖੀ ਨੂੰ ਖਤਮ ਕਰਨ ਵਾਸਤੇ ਤੁਰੋਗੇ। ਤੁਹਾਡੀ ਮਾਨਸਿਕਤਾ ਇਹ ਆ। ਤੁਸੀਂ ਲਾ ਲਓ ਹੁਣ ਜਿੰਨਾ ਜ਼ੋਰ ਲੱਗਦਾ, ਤੁਹਾਡੀਆਂ ਚੀਕਾਂ ਨਾ ਕਢਾਤੀਆਂ ਨਾ ਤਾਂ ਫੇਰ ਦੇਖਿਓ ਤੁਸੀਂ ਇਸ ਪੰਜਾਬ 'ਚ ਇੱਥੇ ਬਥੇਰੀ ਕਾਮਰੇਡੀ ਕਰ ਲਈ, ਇਦੋਂ ਬਾਅਦ ਨਹੀਂ ਚੱਲਣ ਦਿੰਦੇ। ਸੋ ਮਾਰੋ ਚੀਕਾਂ ਹੁਣ ਜਿੰਨੀਆਂ ਕੁ ਵੱਜਦੀਆਂ ਤੁਹਾਡੇ ਤੋਂ। ਇਹ ਜ਼ਰੂਰੀ ਸੀ ਇਹਨਾਂ ਨੂੰ ਕਹਿਣਾ। ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਹੀ ਸਮਝ ਆਉਂਦੀ ਆ। ਹੁਣ ਤੁਹਾਨੂੰ ਇਸੇ ਤਰ੍ਹਾਂ ਬਾਣੀ ਪਾਵਾਂਗੇ ਤੇ ਤੁਸੀਂ ਵੇਖਿਓ ਤੁਹਾਡੇ ਨਾਲ ਹੁੰਦਾ ਕੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।